बोलो भगवान बाबा श्री चंद महाराज जी दी जय। ਅੱਜ ਅਸੀਂ ਤੁਹਾਨੂੰ ਬਾਬਾ ਜੀ ਨਾਲ ਸੰਬੰਧਿਤ ਇੱਕ ਹੋਰ ਸਾਖੀ ਦੱਸਣ ਜਾ ਰਹੇ ਹਾਂ। ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਦੱਤਾਤਰੇ ਦੇ ਜੋ ਪਹਿਲਾਂ ਉਹਨਾਂ ਨੇ 8 ਗੁਰੂ ਧਾਰਨ ਕੀਤੇ ਸੀ ਉਹਨਾਂ ਦੀ ਕਥਾ ਉਹਨਾਂ ਨੇ ਪਹਿਲਾਂ ਸੁਣਾ ਚੁੱਕੀ ਸੀ। ਅੱਜ ਬਾਬਾ ਸ਼੍ਰੀ ਚੰਦ ਜੀ ਉਸ ਦੇ 9ਵੇਂ ਤੋਂ ਅੱਗੇ ਜੋ ਗੁਰੂ ਧਾਰਨ ਕੀਤੇ ਉਹਨਾਂ ਦੀ ਕਥਾ ਸੁਣਾਉਣ ਜਾ ਰਹੇ ਹਨ। ਬਾਬਾ ਸ਼੍ਰੀ ਚੰਦ ਜੀ ਬੋਲੇ, ਦੱਤਾਤਰੇ ਨੇ 9ਵਾਂ ਗੁਰੂ ਅਜਗਰ ਸੱਪ ਨੂੰ ਧਾਰਨ ਕੀਤਾ। ਇੱਕ ਦਿਨ ਦੱਤਾਤਰੇ ਨੇ ਅਜਗਰ ਨੂੰ ਦੇਖਿਆ। ਉਸਨੇ ਅਜਗਰ ਨੂੰ ਗੁਰੂ ਧਾਰਨ ਕੀਤਾ। ਇਸ ਤੋਂ ਪਹਿਲਾਂ ਉਹ ਘਰ ਘਰ ਜਾ ਕੇ ਭਿੱਖਿਆ ਮੰਗਦਾ ਹੁੰਦਾ ਸੀ। ਕੋਈ ਰੋਟੀ ਦੇ ਦਿੰਦਾ, ਖੁਸ਼ੀ ਹੋ ਕੇ ਖਾ ਲੈਂਦਾ। ਜੇਕਰ ਕੋਈ ਨਾ ਦੇਵੇ ਤਾਂ ਮਨ ਵਿੱਚ ਕ੍ਰੋਧ ਆ ਜਾਂਦਾ। ਇੱਕ ਦਿਨ ਉਹਨਾਂ ਨੇ ਇੱਕ ਅਜਗਰ ਨੂੰ ਦੇਖਿਆ। ਭਾਰੀ ਸਰੀਰ ਤੋਂ ਹਿੱਲਿਆ ਨਹੀਂ ਜਾ ਰਿਹਾ ਸੀ। ਉਹਨਾਂ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਅਜਗਰ ਕਿਵੇਂ ਖਾਂਦਾ ਹੋਵੇਗਾ, ਕਿਉਂਕਿ ਇਸ ਦਾ ਸਰੀਰ ਬਹੁਤ ਜ਼ਿਆਦਾ ਭਾਰਾ ਹੈ। ਅਜਗਰ ਇੱਕ ਥਾਂ ਤੇ ਲੰਮੇ ਪਿਆ ਹੋਇਆ ਸੀ। ਉਸ ਦਾ ਸਰੀਰ ਬਹੁਤ ਜ਼ਿਆਦਾ ਭਾਰਾ ਸੀ। ਤਦ ਉਹਨਾਂ ਨੇ ਜਦ ਅਜਗਰ ਨੂੰ ਦੇਖਿਆ ਤਾਂ ਅਜਗਰ ਦੇ ਕੋਲ ਉਸੇ ਸਮੇਂ ਕੁਝ ਹੋਰ ਜੀਵ ਆ ਗਏ ਜੋ ਕਿਸਕ ਕਿਸਕ ਕੇ ਪਹਾੜ ਤੇ ਚੜ ਰਹੇ ਸਨ। ਅਜਗਰ ਨੇ ਉਹਨਾਂ ਨੂੰ ਫੜ ਕੇ ਖਾ ਲਿਆ। ਉਸੇ ਦਿਨ ਤੋਂ ਉਹਨਾਂ ਨੇ ਸੋਚਿਆ ਕਿ ਰੱਬ ਨੇ ਹਰ ਕਿਸੇ ਦਾ ਖਾਣਾ ਪਾਣੀ ਬਣਾਇਆ ਹੋਇਆ ਹੈ। ਜੇਕਰ ਮੈਂ ਮੰਗਣ ਨਹੀਂ ਜਾਂਦਾ ਤਾਂ ਰੱਬ ਜ਼ਰੂਰ ਦੇਵੇਗਾ। ਇਸ ਲਈ ਉਸੇ ਦਿਨ ਤੋਂ ਸੰਤੋਖ ਨਾਲ ਬੈਠਾ ਰਹਿੰਦਾ। ਜੇ ਕੋਈ ਆਣ ਕੇ ਉਸ ਨੂੰ ਖਾਣ ਲਈ ਦੇ ਦਿੰਦੇ ਤਾਂ ਉਹ ਖਾ ਲੈਂਦੇ। ਉਸੇ ਦਿਨ ਤੋਂ ਉਹਨਾਂ ਨੇ ਸੋਚ ਲਿਆ ਕਿ ਕਿਸੇ ਨੂੰ ਕ੍ਰੋਧ ਨਹੀਂ ਕਰਨਾ ਅਤੇ ਜੋ ਭਗਵਾਨ ਨੇ ਦੇਣਾ ਹੈ ਉਸੇ ਵਿੱਚ ਸੰਤੋਖ ਨਾਲ ਖਾਣਾ ਹੈ। 10ਵਾਂ ਗੁਰੂ ਉਹਨਾਂ ਨੇ ਸਮੁੰਦਰ ਨੂੰ ਧਾਰਨ ਕੀਤਾ, ਕਿਉਂਕਿ ਸਮੁੰਦਰ ਹਮੇਸ਼ਾ ਸ਼ਾਂਤੀ ਕਦੇ ਕਦੇ ਸੱਲਾ ਮਾਰਦਾ ਹੈ। ਉਸ ਵਿੱਚ ਅਨੇਕਾਂ ਨਦੀਆਂ ਆਣ ਕੇ ਸਮਾ ਜਾਂਦੀਆਂ ਹਨ। ਉਹ ਕਿਸੇ ਨੂੰ ਨਹੀਂ ਰੋਕਦਾ। ਉਸੇ ਤਰ੍ਹਾਂ ਸਾਡਾ ਸਰੀਰ ਵੀ ਭਗਵਾਨ ਵਿੱਚ ਆਣ ਕੇ ਸਮਾ ਜਾਵੇਗਾ। 11ਵਾਂ ਗੁਰੂ ਉਹਨਾਂ ਨੇ ਪਤੰਗੇ ਨੂੰ ਧਾਰਨ ਕੀਤਾ। ਪਤੰਗਾ ਦੀਵੇ ਉੱਤੇ ਆਣ ਕੇ ਮਰ ਜਾਂਦਾ ਹੈ। ਉਸੇ ਤਰ੍ਹਾਂ ਸਾਡੀ ਆਤਮਾ ਵੀ ਭਗਵਾਨ ਵਿੱਚ ਸਮਾ ਜਾਵੇਗੀ। 12ਵਾਂ ਗੁਰੂ ਉਹਨਾਂ ਨੇ ਭੰਵਰਾ ਨੂੰ ਧਾਰਿਆ, ਜੋ ਫੁੱਲਾਂ ਉੱਤੇ ਬੈਠ ਕੇ ਰਸ ਨਾਲ ਪੇਟ ਭਰ ਲੈਂਦਾ ਹੈ, ਪਰ ਕਿਸੇ ਵੀ ਫੁੱਲ ਨੂੰ ਤੰਗ ਨਹੀਂ ਕਰਦਾ। ਉਸੇ ਤਰ੍ਹਾਂ ਸਾਧੂ ਨੂੰ ਹੋਣਾ ਚਾਹੀਦਾ ਹੈ, ਜੋ ਮਿਲ ਜਾਵੇ ਖਾ ਕੇ ਰਜਾ ਵਿੱਚ ਰਹਿਣਾ ਚਾਹੀਦਾ ਹੈ। 13ਵਾਂ ਗੁਰੂ ਉਹਨਾਂ ਨੇ ਸ਼ਹਿਦ ਦੀ ਮੱਖੀ ਧਾਰਨ ਕੀਤੀ। ਮੱਖੀ ਪੂਰੀ ਉਮਰ ਸ਼ਹਿਦ ਜੋੜਦੀ ਰਹਿੰਦੀ ਹੈ। ਕੋਈ ਇਨਸਾਨ ਆ ਕੇ ਮੱਖੀ ਨੂੰ ਹਟਾ ਕੇ ਉਸਦਾ ਸ਼ਹਿਦ ਖਾ ਲੈਂਦਾ ਹੈ। ਇਸੇ ਤਰ੍ਹਾਂ ਇਨਸਾਨ ਹੁੰਦਾ ਹੈ, ਪੂਰਾ ਉਮਰ ਜੋੜਦਾ ਰਹਿੰਦਾ ਹੈ। ਖਾਣ ਵਾਲਾ ਕੋਈ ਹੋਰ ਹੁੰਦਾ ਹੈ, ਕਿਉਂਕਿ ਜੋ ਉਸਨੇ ਜੋੜਿਆ ਹੁੰਦਾ ਹੈ ਉਸ ਦੀ ਕਮਾਈ ਨੂੰ ਖਾਣ ਵਾਲਾ ਕੋਈ ਹੋਰ ਹੁੰਦਾ ਹੈ। ਇਸ ਲਈ ਸਾਨੂੰ ਪ੍ਰਭੂ ਭਗਤੀ ਕਰਦੇ ਰਹਿਣਾ ਚਾਹੀਦਾ ਹੈ। 14ਵਾਂ ਗੁਰੂ ਉਹਨਾਂ ਨੇ ਹਾਥੀ ਨੂੰ ਧਾਰਨ ਕੀਤਾ। ਇੱਕ ਦਿਨ ਉਹਨਾਂ ਨੇ ਦੇਖਿਆ ਕਿ ਹਾਥੀ ਇੱਕ ਜੰਗਲ ਵਿੱਚ ਮਸਤਾਨਾ ਹੋ ਕੇ ਫਿਰਦਾ ਰਹਿੰਦਾ ਸੀ। ਉਸ ਵਿੱਚ ਬਹੁਤ ਜ਼ਿਆਦਾ ਤਾਕਤ ਸੀ। ਉਹ ਹਥਨੀਆਂ ਨੂੰ ਬਹੁਤ ਤੰਗ ਕਰਦਾ ਹੁੰਦਾ ਸੀ। ਇੱਕ ਦਿਨ ਰਾਜੇ ਨੂੰ ਪਤਾ ਲੱਗਾ ਤਾਂ ਉਸਨੇ ਹਾਥੀ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਸਨੇ ਆਪਣੇ ਆਦਮੀ ਭੇਜੇ। ਆਦਮੀਆਂ ਨੇ ਇੱਕ ਟੋਆ ਕੱਢਿਆ, ਉਸ ਉੱਪਰ ਲੱਕੜੀਆਂ ਪਾ ਦਿੱਤੀਆਂ, ਇੱਕ ਨਕਲੀ ਹਾਥੀ ਬਣਾ ਕੇ ਉਸ ਉੱਪਰ ਰੱਖ ਦਿੱਤੀ। ਉਹ ਹਾਥੀ ਬਹੁਤ ਭੂਤਰਿਆ ਹੋਇਆ ਆਇਆ ਅਤੇ ਉਸ ਹਾਥੀ ਨੂੰ ਮਾਰਨ ਲੱਗਾ ਤਾਂ ਉਸੇ ਸਮੇਂ ਉਹ ਟੋਏ ਵਿੱਚ ਡਿੱਗ ਗਿਆ। ਟੋਏ ਵਿੱਚ ਉਸ ਕੁਝ ਦਿਨ ਪਿਆ ਰਿਹਾ। ਉਹ ਭੁੱਖ ਨਾਲ ਕਮਜ਼ੋਰ ਹੋ ਗਿਆ। ਫਿਰ ਆਦਮੀ ਆਏ ਅਤੇ ਉਹਨਾਂ ਨੇ ਉਸ ਨੂੰ ਕੱਢ ਕੇ ਰਾਜੇ ਕੋਲ ਲੈ ਗਏ। ਫਿਰ ਰਾਜੇ ਨੇ ਉਸ ਨੂੰ ਫੜ ਲਿਆ ਅਤੇ ਆਪਣਾ ਗੁਲਾਮ ਬਣਾ ਲਿਆ। ਇਸ ਤਰ੍ਹਾਂ ਹਾਥੀ ਕਮਜ਼ੋਰ ਹੋ ਕੇ ਰਾਜੇ ਦੇ ਵੱਸ ਪੈ ਗਿਆ। ਇਸ ਲਈ ਕਿਸੇ ਨੂੰ ਵੀ
ਤਾਕਤ ਘਮੰਡ ਨਹੀਂ ਕਰਨਾ ਚਾਹੀਦਾ। ਸਾਧੂ ਨੂੰ ਵੀ ਨਿਮਰਤਾ ਨਾਲ ਕੋਈ ਵੀ ਮਿਲੇ, ਕੁਝ ਵੀ ਮਿਲੇ, ਖਾ ਲੈਣਾ ਚਾਹੀਦਾ ਹੈ। ਕਿਸੇ ਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਸਾਧੂ ਨੇ ਕਿਹਾ ਕਿ ਇਸਤਰੀਆਂ ਦੇ ਵਸ ਹੋ ਕੇ ਹਾਥੀ ਫੜਿਆ ਗਿਆ, ਇਸ ਲਈ ਉਸਨੇ ਕਿਹਾ ਕਿ ਮੈਂ ਇਸਤਰੀਆਂ ਤੋਂ ਦੂਰ ਰਹਿੰਦਾ ਹਾਂ। 15ਵਾਂ ਗੁਰੂ ਉਹਨਾਂ ਨੇ ਪਪੀਹਾ ਧਾਰਨ ਕੀਤਾ। ਪਪੀਹਾ ਭੋਜਨ ਆਪ ਤਿਆਰ ਨਹੀਂ ਕਰਦਾ। ਮੱਖੀ ਸ਼ਹਿਦ ਨੂੰ ਇਕੱਠਾ ਕਰਦੀ ਰਹਿੰਦੀ ਹੈ, ਪਪੀਹਾ ਆ ਕੇ ਉਸ ਨੂੰ ਖਾ ਲੈਂਦਾ ਹੈ। ਇਸ ਲਈ ਸਾਧੂ ਨੂੰ ਵੀ ਭੋਜਨ ਜੋੜਨ ਵਿੱਚ ਧਿਆਨ ਨਹੀਂ ਦੇਣਾ ਚਾਹੀਦਾ, ਪ੍ਰਭੂ ਭਗਤੀ ਕਰਨੀ ਚਾਹੀਦੀ ਹੈ। 16ਵਾਂ ਗੁਰੂ ਉਹਨਾਂ ਨੇ ਜੰਗਲ ਦਾ ਮ੍ਰਿਗ ਧਾਰਨ ਕੀਤਾ। ਜਦ ਮ੍ਰਿਗ ਬਨ ਵਿੱਚ ਆਨੰਦ ਨਾਲ ਫਿਰ ਰਿਹਾ ਸੀ ਤਾਂ ਇੱਕ ਸ਼ਿਕਾਰੀ ਨੇ ਉਸ ਨੂੰ ਇੱਕ ਰਾਗ ਸੁਣਾਇਆ। ਰਾਗ ਵਿੱਚ ਮਸਤਾਨਾ ਹੋ ਗਿਆ। ਸ਼ਿਕਾਰੀ ਨੇ ਉਸ ਨੂੰ ਮਾਰ ਦਿੱਤਾ, ਇਸ ਲਈ ਉਸ ਨੇ ਆਪਣੀ ਜਾਨ ਗਵਾ ਦਿੱਤੀ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੈਂ ਬਿਨਾਂ ਮਤਲਬ ਦੀ ਹੁਣ ਰਾਗ ਨਹੀਂ ਸੁਣਦਾ, ਕਿਸੇ ਦੀ ਚੁਗਲੀ ਨਿੰਦਿਆ ਨਹੀਂ ਸੁਣਦਾ। ਤਾਂ ਉਹਨਾਂ ਨੇ ਕਿਹਾ ਕਿ ਇਕਾਂਤ ਵਿੱਚ ਰਹਿ ਕੇ ਪ੍ਰਭੂ ਭਗਤੀ ਕਰਦਾ ਹਾਂ। ਇਸੇ ਤਰ੍ਹਾਂ ਰਾਗ ਤੋਂ ਦੂਰੀ ਬਣਾ ਲਈ। 17ਵਾਂ ਗੁਰੂ ਪਿੰਗਲਾ ਨਾਮੀ ਵੇਸ਼ਵਾ ਨੂੰ ਧਾਰਨ ਕੀਤਾ। ਵੇਸ਼ਵਾ ਨੂੰ ਆਪਣੇ ਰੂਪ ਤੇ ਬਹੁਤ ਜ਼ਿਆਦਾ ਘਮੰਡ ਸੀ। ਇੱਕ ਦਿਨ ਉਸਨੇ ਦੇਖਿਆ ਕਿ ਕੋਈ ਵੀ ਉਸਦੇ ਪਾਸ ਕੋਈ ਵੀ ਆਦਮੀ ਨਾ ਆਇਆ, ਉਸ ਦਾ ਘਮੰਡ ਚਕਨਾਚੂਰ ਹੋ ਗਿਆ। ਇਸ ਲਈ ਕਿਸੇ ਨੂੰ ਵੀ ਕੋਈ ਵੀ ਘਮੰਡ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਸਾਨੂੰ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। 18ਵਾਂ ਗੁਰੂ ਉਹਨਾਂ ਨੇ ਗਿੱਧ ਨਾਮ ਪੰਛੀ ਨੂੰ ਧਾਰਨ ਕੀਤਾ। ਇੱਕ ਦਿਨ ਪੰਛੀ ਗਿੱਧ ਨਾਮ ਦਾ ਆਪਣੀ ਚੁੰਝ ਵਿੱਚ ਮਾਸ ਦਾ ਟੁਕੜਾ ਲੈ ਕੇ ਉੱਡ ਰਿਹਾ ਸੀ। ਬਹੁਤ ਸਾਰੇ ਪੰਛੀ ਉਸਦੇ ਮਗਰ ਪੈ ਗਏ ਉਸ ਦਾ ਮਾਸ ਦਾ ਟੁਕੜਾ ਖੋਹਣ ਲਈ। ਉਹ ਗਿੱਧ ਨੇ ਦੁਖੀ ਹੋ ਕੇ ਟੁਕੜੇ ਨੂੰ ਮੂੰਹ ਵਿੱਚੋਂ ਛੱਡ ਦਿੱਤਾ। ਉਹਨਾਂ ਪੰਛੀਆਂ ਨੇ ਗਿੱਧ ਦਾ ਪਿੱਛਾ ਛੱਡ ਦਿੱਤਾ ਤਾਂ ਗਿੱਧ ਖੁਸ਼ੀ ਉੱਡਦਾ ਰਿਹਾ ਤੇ ਦਰਖਤ ਉੱਤੇ ਜਾ ਕੇ ਬੈਠਾ। ਇਸੇ ਤਰ੍ਹਾਂ ਦੱਤਾਤਰੇయ ਨੇ ਕਿਹਾ ਕਿ ਮੈਂ ਜਦ ਗ੍ਰਸਤੀ ਨੂੰ ਤਿਆਗ ਦਿੱਤਾ, ਵੈਰਾਗੀ ਹੋ ਗਿਆ, ਤਾਂ ਮੇਰੇ ਕੋਲ ਇੱਕ ਚਾਦਰ ਸੀ, ਇੱਕ ਲੋਟਾ ਸੀ। ਮੈਂ ਪੂਜਾ ਕਰਦਾ ਸੀ ਤਾਂ ਇਸ਼ਨਾਨ ਕਰਨ ਜਦੋਂ ਜਾਂਦਾ ਸੀ ਤਾਂ ਮੇਰਾ ਧਿਆਨ ਲੋਟੇ ਵਿੱਚ ਰਹਿੰਦਾ ਸੀ ਅਤੇ ਆਪਣੇ ਬਸਤਰਾਂ ਵਿੱਚ ਰਹਿੰਦਾ ਸੀ। ਇਸ ਲਈ ਮੈਂ ਉਸੇ ਦਿਨ ਤੋਂ ਆਪਣਾ ਲੋਟਾ ਅਤੇ ਬਸਤਰਾਂ ਨੂੰ ਤਿਆਗ ਦਿੱਤਾ। ਫਿਰ ਬੇਫਿਕਰ ਹੋ ਕੇ ਪ੍ਰਭੂ ਭਗਤੀ ਕਰਨ ਲੱਗ ਪਿਆ। 19ਵਾਂ ਗੁਰੂ ਮੇਰਾ ਇੱਕ ਛੋਟਾ ਬਾਲਕ ਹੈ। ਉਹਨਾਂ ਨੇ ਕਿਹਾ ਕਿਉਂਕਿ ਬਾਲਕ ਕਿਸੇ ਦੇ ਪ੍ਰਤੀ ਕੋਈ ਵੀ ਦਵੇਸ਼ ਨਹੀਂ ਰੱਖਦਾ। ਕੋਈ ਬਾਲਕ ਨੂੰ ਗਾਲਾਂ ਕੱਢ ਦਿੰਦਾ ਹੈ, ਚਪੇੜ ਮਾਰ ਦਿੰਦਾ ਹੈ, ਬਾਲਕ ਕੁਝ ਸਮੇਂ ਰੋ ਕੇ ਫਿਰ ਉਸ ਨੂੰ ਮਾਫ਼ ਕਰ ਦਿੰਦਾ ਹੈ, ਉਸੇ ਤਰ੍ਹਾਂ ਉਸ ਨਾਲ ਖੇਡਣ ਲੱਗ ਜਾਂਦਾ ਹੈ। ਉਸੇ ਤਰ੍ਹਾਂ ਸਾਧੂ ਨੂੰ ਵੀ ਚਾਹੀਦਾ ਹੈ ਕਿ ਕਿਸੇ ਨਾਲ ਕੋਈ ਦਵੇਸ਼ ਨਾ ਕਰੇ। ਇਸ ਲਈ ਮੈਂ ਛੋਟੇ ਬਾਲਕ ਨੂੰ ਆਪਣਾ ਗੁਰੂ ਧਾਰਨ ਕੀਤਾ। ਦੱਤਾਤਰੇయ ਨੇ ਕਿਹਾ। 20ਵਾਂ ਗੁਰੂ ਉਹਨਾਂ ਨੇ ਕੱਚ ਦੀ ਚੂੜੀ ਨੂੰ ਧਾਰਨ ਕੀਤਾ। ਉਹਨਾਂ ਨੇ ਕਿਹਾ ਕਿ ਇੱਕ ਦਿਨ ਉਹ ਇੱਕ ਨਗਰ ਵਿੱਚ ਗਏ। ਉੱਥੇ ਇੱਕ ਕੰਨਿਆ ਨੂੰ ਦੇਖਿਆ ਜਿਨ੍ਹਾਂ ਦੇ ਮਾਤਾ ਪਿਤਾ ਘਰ ਨਹੀਂ ਸਨ। ਉਹ ਕੰਨਿਆ ਘਰ ਵਿੱਚ ਇਕੱਲੀ ਸੀ। ਕੁਝ ਮਹਿਮਾਨ ਉਸਦੇ ਘਰ ਆਏ। ਕੰਨਿਆ ਨੇ ਉਹਨਾਂ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਬਿਠਾਇਆ। ਕੰਨਿਆ ਦੇ ਘਰ ਕੋਈ ਵੀ ਖਾਣ ਪੀਣ ਨੂੰ ਕੁਝ ਨਹੀਂ ਸੀ। ਉਸ ਨੂੰ ਬਹੁਤ ਜ਼ਿਆਦਾ ਸ਼ਰਮ ਆਈ। ਕੰਨਿਆ ਨੇ ਉਹਨਾਂ ਨੂੰ ਭੋਜਨ ਖਵਾਉਣ ਲਈ ਕੁਝ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਚੂੜੀਆਂ ਛਣਕ ਰਹੀਆਂ ਸਨ। ਚੂੜੀਆਂ ਛਣਕ ਕੇ ਉਸ ਨੂੰ ਬਹੁਤ ਜ਼ਿਆਦਾ ਲੱਜਾ ਆਈ। ਉਸਨੇ ਸੋਚਿਆ ਕਿ ਇਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਾਡੇ ਘਰ ਕੁਝ ਨਹੀਂ ਹੈ, ਇਸ ਲਈ ਮੈਂ ਕੁੱਟ ਰਹੀ ਹਾਂ। ਉਸਨੇ ਆਪਣੀਆਂ ਸਾਰੀਆਂ ਚੂੜੀਆਂ ਤੋੜ ਦਿੱਤੀਆਂ, ਸਿਰਫ ਇੱਕ ਚੂੜੀ ਆਪਣੇ ਕੋਲ ਰੱਖੀ। ਇਸੇ ਲਈ ਦੱਤਾਤਰੇయ ਜੀ ਨੇ ਕਿਹਾ ਕਿ ਮੈਂ ਸੋਚਿਆ ਕਿ ਮੈਨੂੰ ਵੀ ਇਕੱਲੇ ਹੀ ਰਹਿਣਾ ਚਾਹੀਦਾ ਹੈ। ਜੇਕਰ ਮੈਂ ਕੋਈ ਚੇਲਾ ਰੱਖਾਂਗਾ ਤਾਂ ਮੈਨੂੰ ਕ੍ਰੋਧ ਆ ਸਕਦਾ ਹੈ। ਜੇਕਰ ਉਸਨੇ ਮੇਰਾ ਕਹਿਣਾ ਨਹੀਂ ਮੰਨਿਆ ਤਾਂ ਮੈਨੂੰ ਕ੍ਰੋਧ ਆ ਸਕਦਾ ਹੈ।
ਸਾਧੂ ਨੂੰ ਇਕੱਲਿਆਂ ਹੀ ਰਹਿਣਾ ਉਚਿਤ ਹੈ। 21ਵਾਂ ਗੁਰੂ ਉਹਨਾਂ ਨੇ ਤੀਰ ਬਣਾਉਣ ਵਾਲਾ ਧਾਰਨ ਕੀਤਾ। ਉਹਨਾਂ ਨੇ ਕਿਹਾ ਕਿ ਇੱਕ ਦਿਨ ਮੈਂ ਇੱਕ ਨਗਰ ਵਿੱਚ ਗਿਆ, ਉੱਥੇ ਇੱਕ ਆਦਮੀ ਤੀਰ ਬਣਾ ਰਿਹਾ ਸੀ। ਉਸ ਦੇ ਕੋਲੋਂ ਰਾਜੇ ਦੀ ਪਾਲਕੀ ਆਈ। ਸਾਰੇ ਲੋਕ ਇਕੱਠੇ ਹੋ ਕੇ ਆਲੇ ਦੁਆਲੇ ਖੜੇ ਹੋ ਗਏ। ਤੀਰ ਬਣਾਉਣ ਵਾਲਾ ਆਦਮੀ ਇੰਨਾ ਜ਼ਿਆਦਾ ਆਪਣੇ ਕੰਮ ਵਿੱਚ ਮਗਨ ਸੀ ਕਿ ਉਸ ਨੂੰ ਰਾਜੇ ਦੀ ਸਵਾਰੀ ਦਾ ਪਤਾ ਹੀ ਨਾ ਲੱਗਾ। ਜਦੋਂ ਰਾਜੇ ਦੀ ਸਵਾਰੀ ਲੰਘ ਗਈ ਤਾਂ ਇੱਕ ਆਦਮੀ ਨੇ ਉਸ ਨੂੰ ਕਿਹਾ ਕਿ ਤੈਨੂੰ ਪਤਾ ਨਹੀਂ ਕਿ ਰਾਜੇ ਦੀ ਸਵਾਰੀ ਲੰਘੀ ਹੈ, ਤੂੰ ਖੜਾ ਨਹੀਂ ਹੋਣਾ ਸੀ ਤਾਂ ਰਾਜਾ ਤੇਰੇ ਨਾਲ ਨਾਰਾਜ਼ ਹੋ ਸਕਦਾ ਹੈ। ਤਾਂ ਤੀਰ ਬਣਾਉਣ ਵਾਲੇ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿਸ ਸਮੇਂ ਰਾਜਾ ਜੀ ਦੀ ਸਵਾਰੀ ਮੇਰੇ ਕੋਲੋਂ ਲੰਘ ਗਈ। ਮੈਂ ਇੰਨਾ ਜ਼ਿਆਦਾ ਆਪਣੇ ਤੀਰ ਬਣਾਉਣ ਵਿੱਚ ਮਗਨ ਸਨ ਕਿ ਮੈਨੂੰ ਪਤਾ ਹੀ ਨਾ ਲੱਗਾ ਕਿ ਮੇਰੇ ਆਸ-ਪਾਸ ਕੌਣ ਆ ਰਿਹਾ ਤੇ ਕੌਣ ਜਾ ਰਿਹਾ ਹੈ। ਉਸੇ ਦਿਨ ਤੋਂ ਮੈਂ ਉਸ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਸਾਨੂੰ ਵੀ ਉਸੇ ਤਰ੍ਹਾਂ ਪ੍ਰਭੂ ਭਗਤੀ ਵਿੱਚ ਲੀਨ ਰਹਿਣਾ ਚਾਹੀਦਾ ਹੈ। ਸਾਨੂੰ ਆਲੇ ਦੁਆਲੇ ਤੋਂ ਬੇਫਿਕਰ ਹੋ ਕੇ ਪ੍ਰਭੂ ਭਗਤੀ ਵਿੱਚ ਲੀਨ ਰਹਿਣਾ ਚਾਹੀਦਾ ਹੈ। ਅਸੀਂ ਤਾਂ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ ਇੱਕ ਮਨ ਹੋ ਕੇ ਪ੍ਰਭੂ ਦੀ ਭਗਤੀ ਕਰੀਏ। 22ਵਾਂ ਗੁਰੂ ਉਹਨਾਂ ਨੇ ਇੱਕ ਸੱਪ ਨੂੰ ਧਾਰਨ ਕੀਤਾ ਜੋ ਪੂਰੀ ਉਮਰ ਇਕੱਲਾ ਰਹਿੰਦਾ ਹੈ। ਉਸੇ ਤਰ੍ਹਾਂ ਸਾਧੂ ਨੂੰ ਵੀ ਆਪਣਾ ਘਰ ਨਹੀਂ ਬਣਾਉਣਾ ਚਾਹੀਦਾ। ਉਸੇ ਦਿਨ ਤੋਂ ਉਸਨੇ ਇਕੱਲਾ ਰਹਿਣਾ ਸ਼ੁਰੂ ਕਰ ਦਿੱਤਾ। 23ਵਾਂ ਗੁਰੂ ਇੱਕ ਮੱਕੜੀ ਨੂੰ ਬਣਾਇਆ। ਮੱਕੜੀ ਆਪਣਾ ਮੂੰਹ ਦਾ ਤਾਰ ਕੱਢਦੀ ਰਹਿੰਦੀ ਹੈ ਦੂਸਰੇ ਜਾਨਵਰਾਂ ਨੂੰ ਫੜਨ ਵਾਸਤੇ, ਪਰ ਇੱਕ ਦਿਨ ਮੱਕੜੀ ਖੁਦ ਹੀ ਜਾਲ ਵਿੱਚ ਫਸ ਕੇ ਮਰ ਜਾਂਦੀ ਹੈ। 24ਵਾਂ ਗੁਰੂ ਉਸਨੇ ਇੱਕ ਕੀੜੇ ਨੂੰ ਬਣਾਇਆ। ਉਸਨੇ ਦੇਖਿਆ ਕਿ ਇੱਕ ਕੀੜਾ ਦੂਸਰੇ ਕੀੜੇ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ। ਉਹ ਹੋਰ ਜਾਤੀ ਦਾ ਕੀੜਾ ਸੀ ਅਤੇ ਦੂਸਰਾ ਹੋਰ ਜਾਤੀ ਦਾ ਕੀੜਾ ਸੀ। ਜੋ ਕੀੜਾ ਦੂਸਰੇ ਕੀੜੇ ਨੂੰ ਆਪਣੇ ਨਾਲ ਲੈ ਕੇ ਗਿਆ, ਉਸਨੇ ਉਸ ਦੂਸਰੇ ਕੀੜੇ ਨੂੰ ਆਪਣੇ ਸਾਹਮਣੇ ਬਿਠਾ ਲਿਆ। ਕੁਝ ਦਿਨ ਉਹ ਕੀੜਾ ਉਸਦੇ ਨਾਲ ਰਿਹਾ। ਦੂਸਰੇ ਕੀੜੇ ਦਾ ਵਿਵਹਾਰ ਵੀ ਪਹਿਲੇ ਕੀੜੇ ਦੀ ਤਰ੍ਹਾਂ ਹੋ ਗਿਆ। ਇਸੇ ਲਈ ਜਿਸ ਤਰ੍ਹਾਂ ਅਸੀਂ ਜਿਸ ਦੀ ਸੰਗਤ ਕਰਾਂਗੇ ਉਸੇ ਤਰ੍ਹਾਂ ਦੇ ਹੋ ਜਾਵਾਂਗੇ। ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਲੋਕਾਂ ਨੂੰ ਸਾਖੀ ਸੁਣਾਉਂਦੇ ਹੋਏ ਕਥਾ ਦੀ ਸਮਾਪਤੀ ਕੀਤੀ ਅਤੇ ਬਾਬਾ ਜੀ ਨੇ ਕਿਹਾ ਕਿ ਸਾਨੂੰ ਹਰ ਇੱਕ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਹਰ ਇੱਕ ਤੋਂ ਕੁਝ ਨਾ ਕੁਝ ਸਿੱਖ ਕੇ ਗਿਆਨ ਗ੍ਰਹਿਣ ਕਰਨਾ ਚਾਹੀਦਾ। ਬੋਲੋ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ।